ਮੇਅਰ ਜਾਂ ਡਿਪਟੀ ਮੇਅਰ ਦੇ ਖਿਲਾਫ ਕੋਈ ਰੈਜ਼ੋਲੂਸ਼ਨ ਲੈ ਕੇ ਲਿਆਂਦਾ ਜਾਂਦਾ ਹੈ ਤਾਂ ਉਸ ਰੈਜ਼ੋਲੂਸ਼ਨ ਨੂੰ ਜਿਹੜੀ ਹੈ ਮੈਜੋਰਟੀ ਚਾਹੀਦੀ ਹੈ ਉਸ ਪਾਸ ਹੋਣ ਦੇ ਲਈ। ਪਰ ਇਹ ਐਬਸੋਲੂਟ ਮੈਜੋਰਟੀ ਦਾ ਮਤਲਬ ਇਹ ਹੁੰਦਾ ਹੈ ਵੀ ਇਹਦੇ ਵਿੱਚ 2/3 ਐਟਲੀਸਟ ਨੰਬਰ ਆਫ ਵੋਟਸ ਜਿਹੜੀਆਂ ਇੱਕ ਮਤੇ ਦੇ ਹੱਕ ਦੇ ਵਿੱਚ ਪੈਣੀਆਂ ਚਾਹੀਦੀਆਂ। 2/3 ਵੋਟਾਂ ਇੱਕ ਮਤੇ ਦੇ ਹੱਕ 'ਚ ਪੈਣੀਆਂ ਚਾਹੀਦੀਆਂ ਨੇ। ਬਿਲਕੁਲ, ਜੇ ਉਹ ਮਤੇ ਨੂੰ ਕਾਮਯਾਬ ਕਰਨਾ ਤੇ ਜੇ ਉਹ 2/3 ਨਹੀਂ ਪਈਆਂ ਲੇਕਿਨ ਸਿੰਪਲ ਮੈਜੋਰਟੀ ਮਤਲਬ 50% ਤੋਂ ਜ਼ਿਆਦਾ ਪੈ ਗਈਆਂ ਫਿਰ ਵੀ ਉਹ ਮਤੇ ਨੂੰ ਨਹੀਂ ਮੰਨਿਆ ਜਾਊਗਾ, ਉਹ ਮਤਾ ਫੇਲ ਹੀ ਸਮਝਿਆ ਜਾਊਗਾ ਜੇ 2/3 ਰੀਚ ਨਹੀਂ ਕਰਦੀ। ਸਿੰਪਲੀ ਰੈਜ਼ੋਲੂਸ਼ਨ ਇਹ ਨਹੀਂ ਕਹਿੰਦਾ ਵੀ ਸਾਡਾ ਇਸ ਬੰਦੇ ਦੇ ਵਿੱਚ ਇਤਬਾਰ ਨਹੀਂ ਹੈ ਇਹਨੂੰ ਬਦਲ ਦਿਓ। ਰੈਜ਼ੋਲੂਸ਼ਨ ਦੇ ਪਿੱਛੇ ਸਰਟਨ ਰੀਜ਼ਨਿੰਗ ਹੋਣੀ ਚਾਹੀਦੀ ਹੈ। ਇਸ ਕਰਕੇ ਅਸੀਂ ਇਸ ਮੇਅਰ ਨੂੰ ਬਦਲਣਾ ਚਾਹੁੰਦੇ ਐਗਜ਼ੈਕਟਲੀ। ਪਰ ਕੱਲ ਜੋ ਦਿਖਾਈ ਨਹੀਂ ਦਿੱਤਾ, ਤੁਸੀਂ ਕਿਹਾ ਕਿ 2/3 ਬਹੁਮਤ ਹੋਣਾ ਜ਼ਰੂਰੀ ਹੈ, ਪਰ 2/3 ਬਹੁਮਤ ਤਾਂ ਫਿਰ ਕਾਂਗਰਸ ਪੱਖੀ ਜਾਂ ਬ੍ਰਹਮ ਮਹਿੰਦਰਾ ਪੱਖੀ ਧਿਰ ਕੋਲ ਨਹੀਂ ਸਾਬਤ ਹੋਇਆ। 2/3 ਤਾਂ 40 ਤੋਂ ਵੱਧ ਬਣਦਾ ਹੈ ਸਭ ਦੇ ਹਿਸਾਬ ਨਾਲ ਜੀ, ਉਹ ਤਾਂ ਨਹੀਂ ਸੀ ਉਹਨਾਂ ਕੋਲ। ਤਾਂ ਫਿਰ ਸਸਪੈਂਸ਼ਨ ਜਾਇਜ਼ ਹੈ ਕਿ ਸੰਜੀਵ ਬਿੱਟੂ ਦੀ? ਸਤਿ ਸ਼੍ਰੀ ਅਕਾਲ ਜੀ, ਸਕਾਈ ਨਿਊਜ਼ ਪੰਜਾਬ ਵੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ। ਦਰਸ਼ਕੋ, ਮੈਂ ਤੁਹਾਡਾ ਹੋਸਟ ਨੀਲ ਭਲਿੰਦਰ ਸਿੰਘ। ਪਟਿਆਲਾ ਦੇ ਨਗਰ ਨਿਗਮ ਦੀ ਚੋਣ ਜਿਹੜੀ ਹੈ ਉਹ ਪੰਜਾਬ ਦੀ ਰਾਜਨੀਤੀ ਦਾ ਇੱਕ ਵੱਡਾ ਜਿਹੜਾ ਹੈਗਾ ਮਸਾਲਾ ਬਣ ਕੇ ਰਹਿ ਗਈ ਹੈ। ਮਸਾਲਾ ਮੈਂ ਇਸ ਕਰਕੇ ਕਹਿ ਰਿਹਾ, ਪੰਜਾਬ ਦੀ ਰਾਜਨੀਤੀ ਦੇ ਪਿਛਲੇ 2 ਮਹੀਨਿਆਂ ਦੇ ਵਿੱਚ ਹੀ ਬੜੇ ਰੰਗ ਵੇਖ ਲਏ ਨੇ। ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਤੋਂ ਸਾਬਕਾ ਮੁੱਖ ਮੰਤਰੀ ਤਾਂ ਬਣੇ ਹੀ ਬਣੇ, ਉਹਨਾਂ ਨੂੰ ਹੁਣ ਪਟਿਆਲਾ ਆਪਣੇ ਜੱਦੀ ਸ਼ਹਿਰ ਦੇ ਵਿੱਚ ਉੱਥੋਂ ਦੀ ਨਗਰ ਨਿਗਮ ਦੇ ਵਿੱਚ ਆਪਣੇ ਧੜੇ ਦਾ ਜਿਹੜਾ ਮੇਅਰ ਹੈ ਉਹਦੀ ਕੁਰਸੀ ਬਚਾਣੀ ਵੀ ਬੜੀ ਔਖੀ ਹੋ ਗਈ ਤੇ ਬੜੇ ਹੀ ਮਜਬੂਰ ਹੋ ਕੇ ਖੜੇ ਕੈਪਟਨ ਅਮਰਿੰਦਰ ਸਿੰਘ ਵਿਖਾਈ ਦਿੰਦੇ ਨੇ। ਵੀਡੀਓਜ਼ ਜਿਹੜੀਆਂ ਤੁਹਾਡੇ ਸਾਹਮਣੇ ਨੇ ਸਾਰੀਆਂ, ਇਸ ਤੋਂ ਇਹ ਪ੍ਰਤੱਖ ਹੈ ਕਿ ਪੰਜਾਬ ਦੀ ਰਾਜਨੀਤੀ ਜਿਹੜੀ ਹੈ ਉਹ ਇੱਕ ਨਵੇਂ ਜਿਹੜੇ ਹੈਗਾ ਦੇ ਸੱਦੇ ਵੱਲ ਜਾ ਰਹੀ ਹੈ, ਜਿਸ 'ਚ ਨਵੇਂ ਤਰ੍ਹਾਂ ਦੇ ਨੇਤਾ, ਨਵੇਂ ਤਰ੍ਹਾਂ ਦੇ ਰਾਜਨੀਤੀਵਾਨ ਤੇ ਨਵੇਂ ਤਰ੍ਹਾਂ ਦੀ ਜਿਹੜੀ ਹੈਗੀ ਹੈ ਰਾਜਨੀਤਿਕ ਜਿਹੜੀ ਸਕ੍ਰਿਪਟ ਹੈ ਉਹ ਪੰਜਾਬ 'ਚ ਲਿਖੀ ਜਾਣ ਲੱਗ ਪਈ ਹੈ। ਹਾਲਾਂਕਿ ਕੈਪਟਨ ਅਮਰਿੰਦਰ ਸਿੰਘ ਲਗਾਤਾਰ ਸਰਗਰਮ ਨੇ, ਉਹ ਕੇਂਦਰ 'ਚ ਜਾ ਕੇ ਕੇਂਦਰ ਦੇ ਵਜ਼ੀਰਾਂ ਨਾਲ, ਖਾਸ ਕਰ ਪ੍ਰਧਾਨ ਮੰਤਰੀ ਤੇ ਦੇਸ਼ ਦੇ ਗ੍ਰਹਿ ਮੰਤਰੀ ਨਾਲ ਉਹਨਾਂ ਦੇ ਸੰਪਰਕ 'ਚ ਨੇ, ਨਵੀਂ ਪਾਰਟੀ ਬਣਾਉਣ ਦੀ ਕੋਸ਼ਿਸ਼ 'ਚ ਨੇ। ਪਰ ਇਸ ਦੇ ਪਰਸਪਰ ਹੀ ਉਹਨਾਂ ਦੀ ਪਤਨੀ ਜੋ ਕਿ ਪਟਿਆਲਾ ਤੋਂ ਲੋਕ ਸਭਾ ਮੈਂਬਰ ਨੇ ਪਰਨੀਤ ਕੌਰ, ਉਹਨਾਂ ਨੂੰ ਵੀ ਪਾਰਟੀ ਵੱਲੋਂ ਬਾਹਰ ਦਾ ਰਸਤਾ ਦਿਖਾਉਣ ਦੀ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਨੇ। 7 ਦਿਨਾਂ ਦਾ ਨੋਟਿਸ ਜਾਰੀ ਕੀਤਾ ਗਿਆ ਹੈ। ਇਸੇ ਦਾ ਟ੍ਰੇਲਰ ਜਿਹੜਾ ਕਿਹਾ ਜਾਂਦਾ ਹੈ ਕਿ ਪਟਿਆਲਾ ਨਗਰ ਨਿਗਮ ਦੇ ਵਿੱਚ ਜੋ ਕੁਝ ਹੋਇਆ ਹੈ ਉਸ ਵੇਖਣ ਨੂੰ ਮਿਲਿਆ। ਪਰ ਵੱਡਾ ਸਵਾਲ ਇਹ ਹੈ ਕਿ ਹੁਣ ਵੀ ਲੋਕਾਂ ਨੂੰ ਸਮਝ ਨਹੀਂ ਆ ਰਿਹਾ ਕਿ ਪਟਿਆਲਾ ਦੇ ਵਿੱਚ ਜਿਹੜਾ ਕੁਰਸੀ ਬਚਾਉਣ ਦੀ ਗੱਲ ਸੀ, ਮੇਅਰ ਦੀ ਬਹੁਮਤ ਸਾਬਤ ਕਰਨ ਦੀ ਗੱਲ ਸੀ, ਉਸ ਜਿੱਤ ਕੈਪਟਨ ਧੜੇ ਦੀ ਹੋਈ ਹੈ ਜਾਂ ਫਿਰ ਬ੍ਰਹਮ ਮਹਿੰਦਰਾ ਦੀ ਬੈਕ ਵਾਲੇ ਪੰਜਾਬ ਕਾਂਗਰਸ ਧੜੇ ਦੀ ਹੋਈ ਹੈ। ਇਹ ਲੋਕਾਂ ਨੂੰ ਤਕਨੀਕੀ ਤੌਰ ਤੇ, ਕਾਨੂੰਨੀ ਤੌਰ ਤੇ ਸਮਝ ਨਹੀਂ ਆ ਰਿਹਾ। ਕੈਪਟਨ ਅਮਰਿੰਦਰ ਸਿੰਘ ਦੇ ਬੇਟੀ ਨੇ ਇਹ ਐਲਾਨ ਕਰ ਦਿੱਤਾ ਹੈ ਕਿ ਉਹ ਇਸ ਮਾਮਲੇ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ 'ਚ ਚੁਣੌਤੀ ਦੇਣ ਜਾ ਰਹੇ ਨੇ। ਛੁੱਟੀਆਂ ਆ ਗਈਆਂ ਨੇ, ਛੁੱਟੀਆਂ ਤੋਂ ਬਾਅਦ ਸੰਭਵ ਹੈ ਕਿ ਇਹ ਕੇਸ ਜਿਹੜਾ ਹੈਗਾ ਹੁਣ ਹਾਈ ਕੋਰਟ ਦਾ ਸ਼ਿੰਗਾਰ ਬਣੇਗਾ ਤੇ ਉਸ ਤੋਂ ਬਾਅਦ ਹੀ ਕੁਝ ਨਾ ਕੁਝ ਸਾਹਮਣੇ ਆਏਗਾ। ਪਰ ਜਿਹੜਾ ਮੈਂ ਸਵਾਲ ਵੱਡਾ ਖੜਾ ਕੀਤਾ, ਜਿਹੜਾ ਤੁਹਾਡੇ ਸਾਰਿਆਂ ਦੇ ਜ਼ਿਹਨ ਵਿੱਚ ਹੈ ਕਿ ਅਸਲ 'ਚ ਕੌਣ ਜੇਤੂ ਹੋਇਆ ਪਟਿਆਲੇ ਦੇ ਵਿੱਚ ਤੇ ਕਿਹੜੀ ਧਿਰ ਹਾਰੀ ਹੈ, ਕਾਨੂੰਨੀ ਤੌਰ ਦੇ ਉੱਤੇ ਉਹਦਾ ਕੀ ਜਿਹੜਾ ਉਹਦੀ ਹਕੀਕਤ ਕੀ ਹੈ, ਇਸ ਗੱਲ ਦੀ ਥਾਂ ਪਾਉਣ ਵਾਸਤੇ ਐਡਵੋਕੇਟ ਰਵਨੀਤ ਜੋਸ਼ੀ ਇਸ ਵਕਤ ਸਕਾਈ ਨਿਊਜ਼ ਦੇ ਸਟੂਡੀਓ 'ਚ ਬਣੇ ਹੋਏ ਨੇ। ਜੋਸ਼ੀ ਸਾਹਿਬ, ਤੁਹਾਡਾ ਸਵਾਗਤ ਹੈ ਜੀ। ਬਹੁਤ ਬਹੁਤ ਸਤਿ ਸ਼੍ਰੀ ਅਕਾਲ ਜੀ ਤੁਹਾਡੇ ਸਰੋਤਿਆਂ ਨੂੰ। 60 ਬੰਦਿਆਂ ਦੀ ਜਿਹੜੀ ਹੈਗੀ ਹੈ ਨਿਗਮ ਮੰਨੀ ਜਾਂਦੀ ਹੈ ਕੌਂਸਲਰਾਂ ਦੀ, ਤੇ ਜਿਸ ਤੋਂ 25 ਦੇ ਕਰੀਬ ਜਿਹੜਾ ਬਿੱਟੂ ਸਾਹਿਬ ਨਾਲ ਜਿਹੜੇ ਕਿ ਮੇਅਰ ਨੇ ਕੈਪਟਨ ਅਮਰਿੰਦਰ ਸਿੰਘ ਪੱਖੀ, ਉਹਨਾਂ ਨਾਲ ਖੜੇ ਵਿਖਾਈ ਦਿੱਤੇ ਨੇ ਅਧਿਕਾਰਤ ਤੌਰ ਦੇ ਉੱਤੇ, ਤੇ 35-36 ਬੰਦੇ ਦੂਜੇ ਪਾਸੇ। ਦਾਅਵੇ ਦੋਵੇਂ ਪਾਸੋਂ ਠੋਕੇ ਜਾ ਰਹੇ ਨੇ ਕਿ ਅਸੀਂ ਜਿੱਤੇ ਹਾਂ। ਕਾਨੂੰਨ ਕੀ ਕਹਿੰਦਾ ਹੈ ਇਸ ਤਰ੍ਹਾਂ ਦੀ ਚੋਣ ਬਾਰੇ? ਦੇਖੋ ਜੀ, ਇਹ ਜਿਹੜਾ ਪ੍ਰੋਸੀਜਰ ਹੈ ਸਾਰਾ ਰਿਮੂਵਲ ਦਾ, ਇਹ ਪੰਜਾਬ ਮਿਊਨਿਸਪਲ ਕਾਰਪੋਰੇਸ਼ਨ ਐਕਟ 1976 ਦੇ ਤਹਿਤ ਰੈਗੂਲੇਟ ਹੁੰਦਾ ਜੀ। ਉਹਦਾ ਇੱਕ ਸੈਕਸ਼ਨ ਹੈ 39 ਜਿਹੜਾ ਪ੍ਰੋਵਾਈਡ ਕਰਦਾ ਹੈ ਵੀ ਜੇ ਕਿਸੇ ਮੇਅਰ ਨੂੰ ਜਾਂ ਡਿਪਟੀ ਮੇਅਰ ਨੂੰ ਇਹਨਾਂ, ਕਿਉਂਕਿ ਇਹ ਕਨਸਟੀਟਿਊਸ਼ਨਲ ਪੋਸਟਾਂ ਹੁੰਦੀਆਂ ਨੇ, ਤੇ ਜੇ ਕਿਸੇ ਬੰਦੇ ਨੂੰ ਇਸ ਪੋਸਟ ਤੋਂ ਹਟਾਉਣਾ ਹੈ ਤਾਂ ਇੱਕ ਪ੍ਰਕਿਰਿਆ ਹੈ ਜੋ ਇਸ ਐਕਟ ਦੇ ਰਾਹੀਂ ਰੈਗੂਲੇਟ ਹੁੰਦੀ ਹੈ। ਤੇ ਇਹ ਐਕਟ ਦੇ ਮੁਤਾਬਕ ਕੀ ਕਿਹਾ ਗਿਆ ਹੈ ਵੀ ਜਿਹੜੇ ਟੋਟਲ ਨੰਬਰ ਆਫ ਮੈਂਬਰਸ ਨੇ ਉਸ ਮਿਊਨਿਸਪਲ ਕਾਰਪੋਰੇਸ਼ਨ ਦੇ, ਉਹਨਾਂ ਦੇ ਵੱਲੋਂ ਜੇ ਕੋਈ ਕਿਸੇ ਮੇਅਰ ਜਾਂ ਡਿਪਟੀ ਮੇਅਰ ਦੇ ਖਿਲਾਫ ਕੋਈ ਰੈਜ਼ੋਲੂਸ਼ਨ ਲੈ ਕੇ ਲਿਆਂਦਾ ਜਾਂਦਾ ਹੈ ਤਾਂ ਉਸ ਰੈਜ਼ੋਲੂਸ਼ਨ ਨੂੰ ਜਿਹੜੀ ਹੈ ਮੈਜੋਰਟੀ ਚਾਹੀਦੀ ਹੈ ਉਸ ਪਾਸ ਹੋਣ ਦੇ ਲਈ। ਤੇ ਉਹ ਮੈਜੋਰਟੀ ਜਿਹੜੀ ਹੈ 2/3 ਮੈਜੋਰਟੀ, ਜਿਹਨੂੰ ਜੇ ਆਪਾਂ ਪਾਰਲੀਮੈਂਟਰੀ ਲੈਂਗੁਏਜ 'ਚ ਕਹੀਏ ਉਹਨੂੰ ਐਬਸੋਲੂਟ ਮੈਜੋਰਟੀ ਵੀ ਕਿਹਾ ਜਾਂਦਾ ਹੈ। ਉਹ ਹੋਰ ਵੀ ਮੈਜੋਰਟੀਜ਼ ਰਿਕਗਨਾਈਜ਼ਡ ਨੇ, ਜਿਵੇਂ ਸਿੰਪਲ ਮੈਜੋਰਟੀ ਜਾਂ ਫਿਰ ਸਪੈਸ਼ਲ ਮੈਜੋਰਟੀ। ਪਰ ਇਹ ਐਬਸੋਲੂਟ ਮੈਜੋਰਟੀ ਦਾ ਮਤਲਬ ਇਹ ਹੁੰਦਾ ਹੈ ਵੀ ਇਹਦੇ ਵਿੱਚ 2/3 ਐਟਲੀਸਟ ਨੰਬਰ ਆਫ ਵੋਟਸ ਜਿਹੜੀਆਂ ਇੱਕ ਮਤੇ ਦੇ ਹੱਕ ਦੇ ਵਿੱਚ ਪੈਣੀਆਂ ਚਾਹੀਦੀਆਂ। 2/3 ਵੋਟਾਂ ਇੱਕ ਮਤੇ ਦੇ ਹੱਕ 'ਚ ਪੈਣੀਆਂ ਚਾਹੀਦੀਆਂ ਨੇ। ਬਿਲਕੁਲ, ਜੇ ਉਹ ਮਤੇ ਨੂੰ ਕਾਮਯਾਬ ਕਰਨਾ ਤੇ ਜੇ ਉਹ 2/3 ਨਹੀਂ ਪਈਆਂ
ਲੇਕਿਨ ਸਿੰਪਲ ਮੈਜੋਰਟੀ ਮਤਲਬ 50% ਤੋਂ ਜ਼ਿਆਦਾ ਪੈ ਗਈਆਂ, ਫਿਰ ਵੀ ਉਹ ਮਤੇ ਨੂੰ ਨਹੀਂ ਮੰਨਿਆ ਜਾਊਗਾ, ਉਹ ਮਤਾ ਫੇਲ ਹੀ ਸਮਝਿਆ ਜਾਊਗਾ ਜੇ 2/3 ਰੀਚ ਨਹੀਂ ਕਰਦੀ। ਹਾਲਾਂਕਿ ਇਹੀ ਇੰਟਰਪ੍ਰੀਟੇਸ਼ਨ ਹੈ, ਲੇਕਿਨ ਜਿਸ ਰੂਪ 'ਚ ਹੁੰਦੀਆਂ ਹੁਣ ਇਟ ਇਜ਼ ਓਪਨ ਟੂ ਇੰਟਰਪ੍ਰੀਟੇਸ਼ਨ। ਕੋਈ ਵੀ ਲਾਅ ਆਪਦੇ ਆਪ ਦੇ ਵਿੱਚ ਪਰਪੱਖ ਨਹੀਂ ਹੁੰਦਾ, ਇਹਨਾਂ ਨੂੰ ਟਾਈਮ ਐਂਡ ਅਗੇਨ ਜਿਹੜਾ ਕੋਰਟਸ ਦੀ ਸਕਰੂਟਨੀ ਝੱਲਣੀ ਪੈਂਦੀ ਹੈ। ਕਈ ਵਾਰ ਕੋਰਟਸ ਵੀ ਜੋ ਫੈਸਲਾ ਦਿੰਦੀਆਂ ਉਹ ਵੀ ਆਪਦੇ ਆਪ 'ਚ ਪਰਪੱਖ ਨਹੀਂ ਹੁੰਦਾ। ਜਿਉਂ-ਜਿਉਂ ਫੈਸਲਾ ਵੱਖਰੀਆਂ ਕੋਰਟਸ 'ਚ ਜਾਂਦਾ, ਜਿਵੇਂ ਹਾਈ ਕੋਰਟ ਨੇ ਕੋਈ ਫੈਸਲਾ ਕਰਤਾ ਉਹ ਸੁਪਰੀਮ ਕੋਰਟ ਜਾਂਦਾ, ਤਾਂ ਇਹ ਚੇਂਜਸ ਅਸੀਂ ਦੇਖਦੇ ਰਹੇ ਹਾਂ। ਹੁਣ ਕਿਉਂਕਿ ਇੱਕ ਸ਼ਬਦ ਉਸ ਸੈਕਸ਼ਨ ਦੇ ਵਿੱਚ ਐਂਡ ਕਰਕੇ ਲਿਖਿਆ ਪਿਆ ਵੀ ਜਿਹੜੀ ਮੈਜੋਰਟੀ ਹੈ ਰੈਜ਼ੋਲੂਸ਼ਨ ਪਾਸ ਹੋਊਗਾ ਬਾय द majority of the members of the corporation and the majority has to be 2/3 majority। ਫਿਰ ਇਹ ਇਸ ਰੂਪ 'ਚ ਲਿਖਿਆ ਹੋਇਆ ਜਿਹਦੇ ਕਰਕੇ ਇਹ ਇੰਟਰਪ੍ਰੀਟ ਕਰਦੇ ਨੇ ਵੀ ਜੀ ਸਿੰਪਲ ਮੈਜੋਰਟੀ ਦੀ ਗੱਲ ਕਰ ਰਹੇ ਜੀ ਜਾਂ 2/3। ਜੇ 2/3 ਹੈ ਤਾਂ ਕਿਹੜੇ ਸਰਕਮਸਟਾਂਸਿਸ ਦੇ ਵਿੱਚ। ਹੁਣ ਜੇ ਇਸ ਗੱਲ ਨੂੰ ਸਹੀ ਰੂਪ 'ਚ ਸਮਝਣਾ ਤੇ ਅੱਗੇ ਆਪਾਂ ਸਸਪੈਂਸ਼ਨ ਦੇ ਪ੍ਰੋਸੈਸ ਤੇ ਵੀ ਗੱਲ ਕਰਾਂਗੇ। ਉਹਦੇ ਵਿੱਚ ਇਹ ਜਦੋਂ ਰੈਜ਼ੋਲੂਸ਼ਨ ਲੈ ਕੇ ਆਏ ਨੇ, ਸਿੰਪਲੀ ਰੈਜ਼ੋਲੂਸ਼ਨ ਇਹ ਨਹੀਂ ਕਹਿੰਦਾ ਵੀ ਸਾਡਾ ਇਸ ਬੰਦੇ ਦੇ ਵਿੱਚ ਐਤਬਾਰ ਨਹੀਂ ਹੈ, ਇਹਨੂੰ ਬਦਲ ਦਿਓ। ਰੈਜ਼ੋਲੂਸ਼ਨ ਦੇ ਪਿੱਛੇ ਸਰਟਨ ਰੀਜ਼ਨਿੰਗ ਹੋਣੀ ਚਾਹੀਦੀ ਹੈ। ਇਸ ਕਰਕੇ ਅਸੀਂ ਇਸ ਮੇਅਰ ਨੂੰ ਬਦਲਣਾ ਚਾਹੁੰਦੇ ਹਾਂ। ਐਗਜ਼ੈਕਟਲੀ। ਪਰ ਕੱਲ ਜੋ ਦਿਖਾਈ ਨਹੀਂ ਦਿੱਤਾ, ਉਹ ਕਿਸੇ ਲੀਡਰ ਨੇ ਕਿਸੇ ਵੀ ਪਾਰਟੀ ਦੇ ਵੱਲੋਂ ਗੱਲ ਨਹੀਂ ਕੀਤੀ ਵੀ ਰੈਜ਼ੋਲੂਸ਼ਨ 'ਚ ਕੀ ਕਾਰਨ ਕਰਕੇ ਉਹ ਜੋ ਹੈ ਇਸ ਮੇਅਰ ਨੂੰ ਬਦਲਣਾ ਚਾਹੁੰਦੇ ਆ। ਦੋ ਬ੍ਰੌਡਲੀ ਲਾਅ ਦੇ ਵਿੱਚ ਕਾਰਨ ਰਿਕਗਨਾਈਜ਼ ਕੀਤੇ ਜਾਂਦੇ ਨੇ, ਇੱਕ ਤਾਂ ਕੰਮ ਕਰਨਾ ਤੇ ਇੱਕ ਕੰਮ ਨਾ ਕਰਨਾ। ਜੇ ਕੋਈ ਮੇਅਰ ਐਸਾ ਕੰਮ ਕਰਦਾ ਹੈ ਵਿਚ ਇਜ਼ ਡੈਰੋਗੇਟਰੀ ਟੂ ਦ ਸਪਿਰਿਟ ਆਫ ਮਿਊਨਿਸਪਲ ਕਾਰਪੋਰੇਸ਼ਨ ਦੇ ਜੋ ਫੰਕਸ਼ਨੈਲਿਟੀਜ਼ ਨੇ, ਲੋਕਾਂ ਦੀ ਭਲਾਈ ਕਰਨਾ, ਨਿਊਸੈਂਸ ਪ੍ਰੀਵੈਂਟ ਕਰਨਾ ਜਾਂ ਰੈਜ਼ੀਡੈਂਸ਼ੀਅਲ ਅਕੋਮੋਡੇਸ਼ਨ ਦਾ ਸੀਵਰੇਜ ਵਾਟਰ ਪ੍ਰੋਬਲਮਸ, ਜੇ ਕੋਈ ਐਸਾ ਐਕਟ ਕਰਦਾ ਹੈ ਜਿਹੜਾ ਡੈਰੋਗੇਟਰੀ ਹੈ ਮੇਅਰ, ਹਾਂ, this is one reason for bringing a resolution against the mayor to remove। ਤੁਸੀਂ ਕਹਿਣਾ ਸੰਜੀਵ ਬਿੱਟੂ ਨੂੰ ਅਸੀਂ ਹਟਾਉਣਾ ਚਾਹੁੰਦੇ ਆ, ਤੁਹਾਨੂੰ ਕਾਰਨ ਦੱਸਣਾ ਪੈਣਾ ਹੈ। ਕਾਰਨ ਵੀ ਉਸਨੇ ਇਹ ਕੰਮ ਗਲਤ ਕੀਤਾ ਹੈ ਜਾਂ ਫਿਰ ਉਹਨੂੰ ਇਹ ਕੰਮ ਕਰਨਾ ਚਾਹੀਦਾ ਸੀ, ਇਹਨੇ ਨਹੀਂ ਕੀਤਾ। ਬਿਲਕੁਲ ਇੱਕ ਪਾਸਾ ਲਾਉਣਾ ਪੈਣਾ। ਦੋਵੇਂ ਗੱਲਾਂ ਕੱਲ ਨਹੀਂ ਕੀਤੀਆਂ ਗਈਆਂ। ਬਿਲਕੁਲ ਮਤਲਬ ਪਹਿਲੇ ਸੱਟੇ ਤਾਂ ਪੈਂਦੀ ਸੱਟੇ ਤਾਂ ਅਦਾਲਤ ਵਿੱਚ ਜਾਂਦੇ ਇਸ ਪੁਆਇੰਟ ਦੇ ਉੱਤੇ ਜਿਹੜਾ ਹੈਗਾ ਜਵਾਬ ਦੇਣਾ ਪੈਣਾ ਸਰਕਾਰ ਨੂੰ। ਰੈਜ਼ੋਲੂਸ਼ਨ ਕਿਸ ਬੇਸਿਸ ਤੇ ਲੈ ਕੇ ਆਏ। ਦੂਜਾ ਜਿਹੜਾ ਉਹਦੇ ਵਿੱਚ ਕਾਰਨ ਹੁੰਦਾ ਵੀ ਜੋ ਓਬਲੀਗੇਸ਼ਨ ਹੈ ਮੇਅਰ ਦੀ ਕੰਮ ਨਾ ਕਰਨਾ, ਪਹਿਲਾਂ ਅਸੀਂ ਕੰਮ ਕੀਤਾ ਪਰ ਉਹ ਡੈਰੋਗੇਟਰੀ ਸੀਗਾ ਜੋ ਪ੍ਰਿੰਸੀਪਲਸ ਨੇ ਮਿਊਨਿਸਪਲ ਕਾਰਪੋਰੇਸ਼ਨ ਦੇ। ਦੂਜਾ ਹੁੰਦਾ ਕੰਮ ਨਾ ਕਰਨਾ, ਜੋ ਮੇਅਰ ਦੀ ਓਬਲੀਗੇਸ਼ਨ ਬਣਦੀ ਸੀ, ਕੋਈ ਪਾਰਟਿਕੂਲਰ ਕੰਮ ਨੂੰ ਲੈ ਕੇ ਉਹਨਾਂ ਨੇ ਕੁਝ ਕਰਨਾ ਸੀ, ਕੋਈ ਰਿਕਾਰਡਸ ਜਾਂ ਕੋਈ ਫੰਡਸ ਦੇ ਰਿਲੇਟਡ ਮੋਸਟਲੀ ਇਹ ਗੱਲਾਂ ਹੁੰਦੀਆਂ ਨੇ, ਕੋਈ ਧਾਂਦਲੀ ਦਾ ਚੱਕਰ ਹੋਵੇ ਤੇ ਤੁਸੀਂ ਜੇ ਕੋਈ ਸਫਾਈ ਦੇਣੀ ਹੈ ਜਾਂ ਐਕਸਪਲੇਨੇਸ਼ਨ ਦੇਣੀ ਹੈ ਤੇ ਉਹ ਸਫਾਈ ਨਾ ਦਿੱਤੀ ਗਈ ਹੋਵੇ ਮੇਅਰ ਵੱਲੋਂ, ਜੋ ਉਹਨਾਂ ਦੀ ਓਬਲੀਗੇਸ਼ਨ ਸੀ ਉਹ ਉਹਨਾਂ ਨੇ ਨਹੀਂ ਕੀਤੀ, ਉਹ ਦੈਟ ਇਜ਼ ਦ ਸੈਕੰਡ ਮੇਨ ਸਰਕਮਸਟੈਂਸ ਜਿਹਦੇ ਵਿੱਚ ਇਹ ਜਿਹਾ ਰੈਜ਼ੋਲੂਸ਼ਨ ਲਿਆਂਦਾ ਜਾ ਸਕਦਾ। ਇਹ ਕਾਨੂੰਨ ਕਹਿੰਦਾ ਪਰ ਦੋਵੇਂ ਗੱਲਾਂ ਕੱਲ ਨਹੀਂ ਕੀਤੀਆਂ ਗਈਆਂ, ਇਹ ਸਪਸ਼ਟ ਹੈ। ਇਹ ਅਸਲ 'ਚ ਆਪਣੇ ਸਾਹਮਣੇ ਉਹ ਰੈਜ਼ੋਲੂਸ਼ਨ ਨਹੀਂ ਆਇਆ ਹਜੇ ਤੱਕ, ਕਿਉਂਕਿ ਮੀਡੀਆ ਦੇ ਮਾਧਿਅਮ ਤੋਂ ਆਪਾਂ ਇਹਨਾਂ ਚੀਜ਼ਾਂ ਨੂੰ ਦੇਖ ਰਹੇ ਨਹੀਂ ਆਇਆ। ਪਰ ਸਥਾਨਕ ਸਰਕਾਰਾਂ ਬਾਰੇ ਮੰਤਰੀ ਜੋ ਬ੍ਰਹਮਿੰਦਰਾ ਜੋ ਕਿ ਪਟਿਆਲਾ ਤੋਂ ਹੀ ਨੇ, ਜਿਨ੍ਹਾਂ ਦੀ ਆਪਣੀ ਬੀਂਗ ਐਮਐਲਏ ਉੱਥੇ ਵੋਟ ਵੀ ਹੈ, ਤੇ ਉਹਨਾਂ ਦੀ ਸਟੇਟਮੈਂਟ ਤਾਂ ਆਈ ਹੈ ਨਾ, ਸਟੇਟਮੈਂਟਸ ਦਾ ਜ਼ਰੂਰੀ ਹੋਣਾ ਚਾਹੀਦਾ। ਇਟ ਸ਼ੁੱਡ ਹੈਵ ਬੀਨ ਅ ਪਾਰਟ ਆਫ ਦ ਸਟੇਟਮੈਂਟ। ਵੀ ਜਸਟੀਫਾਈ ਕਰਦੇ ਨਜ਼ਰ ਨਹੀਂ ਆ ਰਹੇ ਇਸ ਗੱਲ ਨੂੰ। ਬਿਲਕੁਲ ਇਸ ਰੂਪ ਦੇ ਵਿੱਚ ਇਹ ਸਟੇਟਮੈਂਟਾਂ ਆਉਣੇ। ਹਾਲਾਂਕਿ ਆਮ ਤੌਰ ਤੇ ਗੱਲਾਂ ਚੱਲਦੀਆਂ ਸੀ ਪਟਿਆਲੇ ਦੀ, ਆਪਾਂ ਵੈਸੇ ਪਰਸਨਲ ਨੌਲੇਜ ਰੱਖਦਾ ਮੈਂ, ਕਈ ਐਲੀਗੇਸ਼ਨ ਜੋ ਹੈ ਮੇਅਰ ਤੇ ਲੱਗੇ, ਲੇਕਿਨ ਉਹ ਐਲੀਗੇਸ਼ਨਸ ਨੂੰ ਸਬਸਟੈਂਸ਼ੀਏਟ ਜਾਂ ਕੋਈ ਸਟੇਟਮੈਂਟ ਦੇ ਕੇ ਕਿਸੇ ਉਹਦੇ ਵੱਲੋਂ ਨਹੀਂ ਕੀਤਾ ਗਿਆ। ਉਹਨਾਂ ਦੇ ਰੈਜ਼ੋਲੂਸ਼ਨ ਦਾ ਪਾਰਟ ਹੈ ਜਾਂ ਨਹੀਂ ਹੈ, ਇਹ ਤਾਂ ਦੇਖਣ ਵਾਲੀ ਗੱਲ ਹੋਊਗੀ ਜਦੋਂ ਕੋਰਟ ਦੇ ਵਿੱਚ ਇਹ ਅਪਰੋਚ ਕਰਦੇ ਨੇ, ਕਿਉਂਕਿ ਕਈ ਐਲੀਗੇਸ਼ਨ ਐ ਲੱਗੇ ਵੀ ਜਿੱਥੇ ਸੜਕਾਂ ਵੈਲ ਆਫ ਬਣੀਆਂ ਹੋਈਆਂ ਸੀਗੀਆਂ ਉਹਨਾਂ ਨੂੰ ਪੱਟ ਕੇ ਕੋਈ ਐਲੀਗੇਸ਼ਨ ਨੇ ਵੀ ਉਹ ਟਾਈਲਸ ਜਿਹੜੀਆਂ ਨੇ, ਮੇਅਰ ਇਜ਼ ਐਸੋਸੀਏਟਡ ਵਿਦ ਦ ਟਾਈਲ ਕੰਪਨੀ, ਜਿਹੜੇ ਕੋਈ ਟਾਈਲ ਫੈਕਟਰੀ ਹੈ, ਜਿਹੜਾ ਤੁਸੀਂ ਡੈਰੋਗੇਟਰੀ ਵਰਡ ਯੂਜ਼ ਕੀਤਾ ਕਿ ਉਹ ਐਕਟ ਕੀਤਾ ਹੈ, ਤਾਂ ਇਹ ਹੋ ਸਕਦਾ ਹੈ ਕਿ ਕਾਗਜ਼ਾਂ 'ਚ ਉਹ ਵੀ ਸ਼ਾਮਲ ਕਰ ਲਿਆ ਉਹ ਸਪਿਰਿਟ 'ਚ ਹੈ। ਅੱਛਾ, ਫਿਰ ਇੱਕ ਡਾਇਰੀ ਫਾਰਮਰਸ ਦਾ ਤੁਸੀਂ ਮਾਮਲਾ ਦੇਖਿਆ ਜਿਹਦੇ ਵਿੱਚ ਆਨਰੇਬਲ ਚੀਫ ਮਿਨਿਸਟਰ ਨੇ ਇੰਟਰਵੀਨ ਕਰਤਾ ਰਾਤ ਨੂੰ 2 ਵਜੇ, ਉਹ ਵੀਡੀਓ ਬੜੀ ਵਾਇਰਲ ਹੋਈ ਹੈ। ਤੇ ਇਹਨਾਂ ਉਹਦੇ ਵਿੱਚ ਉਹ ਖਦਸ਼ਾ ਕੀ ਸੀ ਉਹਨਾਂ ਦਾ ਵੀ ਜਿਹੜਾ ਮਿਊਨਿਸਪਲ ਕਾਰਪੋਰੇਸ਼ਨ ਦੀ ਰਿਸਪੌਂਸਿਬਿਲਟੀ ਹੈ ਵੀ ਕੋਈ ਵੀ ਕੋਲੋਨਾਈਜ਼ ਜਾਂ ਕਲੋਨੀ ਡਿਵੈਲਪ ਨਹੀਂ ਕਰਨੀ, ਰੈਜ਼ੀਡੈਂਸ਼ੀਅਲ ਡਿਵੈਲਪ ਨਹੀਂ ਕਰਨੀ ਜਿੱਥੇ ਇਲੈਕਟ੍ਰੀਕਲ ਕੇਬਲਸ ਜਾਂਦੀਆਂ ਨੇ। ਹੁਣ ਇਹ ਇਲੈਕਟ੍ਰਿਸਿਟੀ ਡਿਪਾਰਟਮੈਂਟ ਦੀ ਗਾਈਡਲਾਈਨਸ ਦੀ ਵਾਇਓਲੇਸ਼ਨ ਕਰ ਰਹੇ ਸੀ। ਮੇਅਰ ਸਾਹਿਬ ਦੀ ਕੋਈ ਅਬਲੋਵਾਲ ਦੇ ਵਿੱਚ ਕੋਈ ਪ੍ਰੋਜੈਕਟ ਲਾਇਆ, ਉਹ ਸਾਰਾ ਪ੍ਰੋਜੈਕਟ ਸਰਾਊਂਡਡ ਬਾਈ ਇਲੈਕਟ੍ਰਿਕ ਕੇਬਲਸ ਨੇ, ਤੇ ਉੱਥੇ ਉਹਨਾਂ ਦੀ ਰਿਸਪੌਂਸ ਜੋ ਕੰਮ ਕਰਨਾ ਸੀ ਵੀ ਇਨਸ਼ੋਰ ਕਰਨਾ ਸੀ ਵੀ ਕਿਤੇ ਜਿੱਥੋਂ ਬਿਜਲੀ ਦੇ ਤਾਰਾਂ ਜਾਂਦੇ ਉੱਥੇ ਕਲੋਨੀ ਨਾ ਡਿਵੈਲਪ ਕਰੋ, ਉਹ ਸਪੈਸੀਫਿਕ ਉਹੀ ਲੈਂਡ ਲੈ ਕੇ ਉੱਥੇ ਹੀ ਉਹਨਾਂ ਨੇ ਉਹ ਕਲੋਨੀ। ਪਰ ਕੀ ਇਹ ਐਲੀਗੇਸ਼ਨ ਪਾਰਟ ਆਫ ਦਾ ਰੈਜ਼ੋਲੂਸ਼ਨ ਨੇ ਜੋ ਮੇਅਰ ਨੂੰ ਰਿਮੂਵ ਕਰਨ ਲਈ ਬਣਾਏ ਗਏ ਨੇ? ਕੀ ਇਹ ਨੌਲੇਜ 'ਚ ਸੀਗੇ? ਜੇ ਅਦਾਲਤ 'ਚ ਜਾਂਦੀ ਹੈ ਦੂਜੀ ਧਿਰ, ਜਿਵੇਂ ਕਿ ਉਹਨਾਂ ਨੇ ਐਲਾਨ ਕੀਤਾ ਅਮਰਿੰਦਰ ਸਿੰਘ ਵਾਲੀ ਧਿਰ, ਤਾਂ ਇਹ ਜਵਾਬ ਤਾਂ ਉੱਥੇ ਦੇਣੇ ਹੀ ਪੈਣਗੇ, ਉੱਥੇ ਤਾਂ ਚੀਜ਼ ਸਪਸ਼ਟ ਹੋ ਹੀ ਜਾਣੀ ਹੈ ਕਿ ਕੀ ਹੈ। ਪਰ ਮੈਂ ਉਸ ਗੱਲ ਤੇ ਆਉਣਾ, ਤੁਸੀਂ ਜ਼ੋਰ ਦੇ ਕੇ ਗੱਲ ਕਹੀ ਹੈ, ਜਿਹੜਾ ਤੁਸੀਂ 1976 ਦਾ ਕਾਨੂੰਨ ਦੱਸਿਆ ਪੰਜਾਬ ਮਿਊਨਿਸਪਲ ਐਕਟ ਜਿਹੜਾ ਹੈਗਾ,
ਉਹਦੇ ਅਕੋਰਡਿੰਗ ਤੁਸੀਂ ਕਿਹਾ ਕਿ 2/3 ਬਹੁਮਤ ਹੋਣਾ ਜ਼ਰੂਰੀ ਹੈ, ਬਿਲਕੁਲ। ਪਰ 2/3 ਬਹੁਮਤ ਤਾਂ ਫਿਰ ਕਾਂਗਰਸ ਪੱਖੀ ਜਾਂ ਬ੍ਰਹਮ ਮਹਿੰਦਰਾ ਪੱਖੀ ਧਿਰ ਕੋਲ ਨਹੀਂ ਸਾਬਤ ਹੋਇਆ। 2/3 ਤਾਂ 40 ਤੋਂ ਵੱਧ ਬਣਦਾ ਹੈ ਸਾਡੇ ਜੀ। ਦੇ ਹਿਸਾਬ ਨਾਲ, ਜੀ ਉਹ ਤਾਂ ਨਹੀਂ ਸੀ ਉਹਨਾਂ ਕੋਲ। ਤਾਂ ਬਿਲਕੁਲ। ਫਿਰ ਸਸਪੈਂਸ਼ਨ ਜਾਇਜ਼ ਹੈ ਕਿ ਸੰਜੀਵ ਬਿੱਟੂ ਦੀ? ਦੇਖੋ, ਰਿਮੂਵਲ ਦੇ ਲਈ ਪ੍ਰਕਿਰਿਆ 2/3 ਦੀ ਰਿਕੁਆਇਰਮੈਂਟ ਹੈ, ਜੀ ਲੇਕਿਨ ਸਸਪੈਂਸ਼ਨ ਲਈ ਨਹੀਂ। ਜੀ। ਸਸਪੈਂਸ਼ਨ ਦਾ ਜਿਹੜਾ ਅਸਲ ਵਿੱਚ ਡਾਇਰੈਕਟਲੀ ਕੋਈ ਪ੍ਰਾਵਧਾਨ ਪੰਜਾਬ ਮਿਊਨਿਸਪਲ ਕਾਰਪੋਰੇਸ਼ਨ ਐਕਟ 1976 ਦੇ ਵਿੱਚ ਨਹੀਂ ਹੈ, ਨਹੀਂ ਹੈ। ਪਰ ਪੰਜਾਬ ਮਿਊਨਿਸਪਲ ਐਕਟ ਜੋ ਪੁਰਾਣਾ ਐਕਟ ਹੈ ਅੰਗਰੇਜ਼ਾਂ ਵੇਲੇ ਦਾ ਬਣਿਆ 1911 ਦਾ ਐਕਟ ਹੈ, ਉਹਨੂੰ ਟਾਈਮ ਐਂਡ ਅਗੇਨ ਉਹਦੇ ਵਿੱਚ ਅਮੈਂਡਮੈਂਟਾਂ ਕੀਤੀਆਂ। ਲਾਸਟ ਅਮੈਂਡਮੈਂਟ 2003 ਦੇ ਵਿੱਚ, ਜਿੱਥੇ ਤੱਕ ਆਈ ਰਿਮੈਂਬਰ 2003 ਦੀ ਉਹਦੇ ਵਿੱਚ ਅਮੈਂਡਮੈਂਟ ਹੈ। ਉਹਦੇ ਵਿੱਚ ਜ਼ਰੂਰ ਕੁਝ 62 ਤੇ ਇਸੇ ਰੂਪ ਚ 260 ਸਮਥਿੰਗ ਇਹੋ ਜਿਹੇ ਪ੍ਰੋਵੀਜ਼ਨ ਨੇ ਜਿਹਦੇ ਵਿੱਚ ਸਸਪੈਂਸ਼ਨ ਦਾ ਪ੍ਰਾਵਧਾਨ ਹੈ। ਉਹਦੇ ਵਿੱਚ ਰਿਕੁਆਇਰਮੈਂਟ ਕੀ ਹੈ ਵੀ ਜੇ ਆਹੀ ਗੱਲਾਂ ਜਿਹੜੀਆਂ ਆਪਾਂ ਡਿਸਕਸ ਕੀਤੀਆਂ, ਮੈਂ ਤੁਹਾਨੂੰ ਕਿਹਾ ਵੀ ਉਹ ਅੱਗੇ ਇਹ ਸਸਪੈਂਸ਼ਨ ਦੇ ਪ੍ਰੋਸੈਸ 'ਚ ਕੰਮ ਆਉਣਗੀਆਂ। ਜੇ ਕੋਈ ਇਹੋ ਜਿਹੀ ਚੀਜ਼ ਮਿਸਕੰਡਕਟ ਦੀ, ਅਨਫਿਟਨੈਸ ਦੀ, ਜਿਹਦੇ ਨਾਲ ਮੇਅਰ ਦੀ ਜੋ ਰਿਸਪੌਂਸਿਬਲ ਪੋਜੀਸ਼ਨ ਹੋਲਡ ਕਰ ਰਹੇ ਨੇ, ਐਂ ਲੱਗਦਾ ਵੀ ਇਹ ਪੋਜੀਸ਼ਨ ਨੂੰ ਹੋਲਡ ਕਰਨ ਦੇ ਲਾਇਕ ਨਹੀਂ ਹੈਗੇ ਤੇ ਕੋਈ ਰੀਜ਼ਨਿੰਗ ਦਿੱਤੀ ਜਾਂਦੀ ਹੈ, ਉਹਦੇ ਬੇਸਿਸ ਦੇ ਉੱਤੇ ਸਟੇਟ ਗਵਰਨਮੈਂਟ ਕੋਲੇ ਪਾਵਰ ਹੈ ਵੀ ਉਹ ਉਸ ਅਫਸਰ ਨੂੰ ਜੋ ਕਨਸਟੀਟਿਊਸ਼ਨਲ ਪੋਸਟ ਤੇ ਹੈ ਉਹਨੂੰ ਸਸਪੈਂਡ ਕਰ ਸਕਦੀ ਹੈ। ਅਫਸਰ ਨੂੰ ਬਿਲਕੁਲ, ਮੇਅਰ ਨਹੀਂ ਈਵਨ ਮੇਅਰ ਐਂਡ ਡਿਪਟੀ ਨਹੀਂ ਇਲੈਕਟਡ ਐਂਡ ਅਪੁਆਇੰਟਡ, ਇਲੈਕਟਡ ਐਂਡ ਅਪੁਆਇੰਟਡ, ਇਹਨਾਂ ਨੂੰ ਇਹ ਸਸਪੈਂਡ ਕਰ ਸਕਦੇ ਨੇ। ਬਟ ਦੈਟ ਸ਼ੁੱਡ ਬੀ ਇਨ ਕੌਨਸੋਨੈਂਸ ਟੂ ਦਾ ਕੋਈ ਨਾ ਕੋਈ ਪੁਰਾਣੀ ਜੇ ਪਿੱਛੇ ਸ਼ਿਕਾਇਤ, ਜਿਵੇਂ ਆਪਾਂ ਗੱਲ ਕੀਤੀ ਹੈ, ਉਹ ਰੈਜ਼ੋਲੂਸ਼ਨ ਦੇ ਵਿੱਚ ਜਾਂ ਅਦਰਵਾਈਜ਼ ਕੋਈ ਕੰਪਲੇਂਟ, ਕੋਈ ਵਿਜੀਲੈਂਸ ਦੀ ਇਨਕੁਆਇਰੀ ਪੈਂਡਿੰਗ ਹੋਵੇ ਜਾਂ ਕੁਝ ਹੋਰ ਹੋਵੇ, ਕੋਈ ਐਲੀਗੇਸ਼ਨ ਹੋਣੇ ਚਾਹੀਦੇ ਜਿਹਨੂੰ ਸਬਸਟੈਂਸ਼ੀਏਟ ਕਰੇ, ਜੋ ਸਸਪੈਂਸ਼ਨ ਨੂੰ ਸਬਸਟੈਂਸ਼ੀਏਟ ਕਰੇ, ਤੇ ਦੇਅਰ ਆਫਟਰ ਇਨ ਇਨਕੁਆਇਰੀ। ਇਹ ਐਂਬੀਐਂਸ 'ਚ ਸਸਪੈਂਸ਼ਨ ਨਹੀਂ ਹੋ ਸਕਦੀ ਵੀ ਤੁਹਾਨੂੰ ਸਸਪੈਂਡ ਕਰਕੇ ਰੱਖਤਾ ਤੇ ਅਸੀਂ ਆਪਦਾ ਕਾਰਜਕਾਲ ਜਿਹੜਾ ਮਿਊਨਿਸਪਲ ਕਾਰਪੋਰੇਸ਼ਨ ਦਾ ਅੱਗੇ ਵਧਾ ਲਿਆ। ਸਸਪੈਂਸ਼ਨ ਤੋਂ ਬਾਅਦ ਤੁਹਾਨੂੰ ਕੋਈ ਇਨਕੁਆਇਰੀ ਇਨੀਸ਼ੀਏਟ ਕਰਨੀ ਪਊਗੀ, ਉਸ ਇਨਕੁਆਇਰੀ ਦੇ ਦੌਰਾਨ ਉਹ ਬੰਦਾ ਸਸਪੈਂਡ ਰਹੇਗਾ। ਜੀ, ਇਹ ਇਸ ਰੂਪ ਦੇ ਵਿੱਚ ਰਿਕੁਆਇਰਮੈਂਟ ਹੈ ਇਹਦੇ ਵਿੱਚ। ਪਰ ਸਸਪੈਂਡ ਕਰਨ ਤੋਂ ਬਾਅਦ ਜਿਹੜਾ ਸਟੇਟ ਗਵਰਨਮੈਂਟ ਦੇ ਇਹਨਾਂ ਨੂੰ ਜੋ ਹੈ ਰਜਿਸਟਰਡ ਪੋਸਟ ਦੇ ਰਾਹੀਂ ਇਹ ਸਸਪੈਂਸ਼ਨ ਲੈਟਰ ਭੇਜਣ ਦੇ 21 ਦਿਨਾਂ ਦੇ ਅੰਦਰ ਅੰਦਰ ਜੋ ਹੈ ਮੇਅਰ ਨੇ ਆਪਦੀ ਸਫਾਈ ਦੇਣੀ ਹੁੰਦੀ ਹੈ ਇਸ ਮਾਮਲੇ, ਜਿਹੜੇ ਬੰਦੇ ਨੂੰ ਸਸਪੈਂਡ ਕੀਤਾ ਗਿਆ। ਉਹ ਜੇ ਨਹੀਂ ਸਫਾਈ ਦਿੰਦਾ ਤਾਂ ਉਹ ਐਬਸੋਲਿਊਟ ਮੰਨੀ ਜਾਂਦੀ ਹੈ ਸਸਪੈਂਸ਼ਨ। ਜੀ, ਪਰ ਜਿਹੜੀ ਇਹ ਚੀਜ਼ ਹੁਣ ਵਾਰ-ਵਾਰ ਕਿਹਾ ਜਾ ਰਿਹਾ ਹੈ ਕਿ 2/3 ਦੀ ਗਿਣਤੀ ਜਿਹੜੀ ਹੈਗੀ ਅੰਕੜਾ 42 ਬਣਦਾ ਹੈ, ਇਹਨਾਂ ਕੋਲ ਬੰਦੇ ਨੇ 35 ਜਾਂ 36। ਚੰਦੂ ਮਾਜਰਾ ਜਿਹੜੇ ਕਿ ਇੱਕ ਵਿਧਾਇਕ ਨੇ ਦਿਹਾਤੀ ਹਲਕੇ ਤੋਂ, ਸਨੌਰ ਤੋਂ ਸ਼ਾਇਦ ਵਿਧਾਇਕ ਨੇ, ਉਹਨਾਂ ਨੇ ਵੋਟ ਨਹੀਂ ਪਾਈ ਆਪਣੀ, ਇੱਕ ਵੋਟ ਉਹਨਾਂ ਦੀ ਵੀ ਸੀ ਸ਼ਾਮਲ ਵਿੱਚ ਉਹਦੇ। ਤਾਂ ਕੀ ਇਹ ਹੁਣ ਜ਼ਰੂਰੀ ਹੈ ਕਿ ਜਦੋਂ ਇਹਨਾਂ ਨੇ ਅਗਲੀ ਚੋਣ ਕਰਨੀ, ਜਦੋਂ ਤੱਕ ਉਹਨਾਂ ਨੂੰ ਸਸਪੈਂਡ ਕੀਤਾ ਗਿਆ ਸੰਜੀਵ ਬਿੱਟੂ ਨੂੰ, ਕਿ ਉਦੋਂ ਤੱਕ ਇਹ ਮੈਜੋਰਟੀ ਲੈ ਕੇ ਹੀ ਆਣੀ ਪਏਗੀ ਉਹਨਾਂ ਨੂੰ? ਦੇਖੋ, ਇਹਦੇ ਵਿੱਚ ਸਿਸਟਮ ਕੀ ਹੈ ਵੀ ਹੁਣ ਸਸਪੈਂਸ਼ਨ, ਹੁਣ ਅੱਗੇ ਪੋਲੀਟੀਕਲ ਮੈਂ ਜਾ ਰਿਹਾ ਕਿ ਫਿਰ ਟ੍ਰੇਡਿੰਗ ਵੀ ਹੋਏਗੀ। ਬਿਲਕੁਲ ਦੇਖੋ, ਹਾਂ ਇਹ ਜ਼ਰੂਰੀ ਹੈ। ਹਾਲਾਂਕਿ ਹੁਣ ਇਹ ਲੈਂਗੁਏਜ 'ਚ ਟ੍ਰੇਡਿੰਗ ਹੋ ਗਈ, ਪਰ ਜਦੋਂ ਇਹ ਐਕਟ ਬਣੇ ਨੇ ਜਾਂ ਇਨਫੈਕਟ ਆਪਣਾ ਕਨਸਟੀਟਿਊਸ਼ਨ ਬਣਿਆ, ਜਿਹਦੀ ਸਪਿਰਿਟ ਤੋਂ ਬਾਅਦ ਅੱਗੇ ਇਹ ਕੰਟੀਨਿਊ ਹੁੰਦੇ ਨੇ, ਮਿਊਨਿਸਪਲ ਐਕਟ ਵਗੈਰਾ ਇਹ ਬਣਦੇ ਨੇ, ਤਾਂ ਉਹ ਲੈਜਿਸਲੇਟਰ ਇੰਟੈਂਟ ਕੀ ਸੀ ਉਸ ਟਾਈਮ ਤੇ ਕਨਸਟੀਟਿਊਸ਼ਨ 'ਚ ਲਾਅ ਮੇਕਰਸ ਦੀ ਇੰਟੈਂਟ ਇਹ ਸੀ ਵੀ ਕਈ ਮਾਮਲਿਆਂ ਦੇ ਵਿੱਚ ਤਾਂ ਉਹਨਾਂ ਨੇ ਸਿੰਪਲ ਮੈਜੋਰਟੀ ਦਾ ਪ੍ਰਾਵਧਾਨ ਰੱਖਿਆ ਵੀ ਜੇ ਤੁਸੀਂ ਮੈਜੋਰਟੀ ਜੇ 50% ਤੋਂ ਇੱਕ ਬੰਦਾ ਵੀ ਵੱਧ ਆ ਗਿਆ ਤਾਂ ਤੁਹਾਡਾ ਇਹ ਉਸ ਪਾਸੇ ਭੁਗਤ ਚੀਜ਼ ਹੋ ਜੂਗੀ। ਲੇਕਿਨ ਆਹ ਜਿਹੜੀ ਸਪੈਸ਼ਲ ਮੈਜੋਰਟੀ ਵਾਲਾ ਪ੍ਰਾਵਧਾਨ ਵੀ 2/3 ਮੈਜੋਰਟੀ ਦੀ ਜਿਹੜੀ ਗੱਲ ਹੋਈ ਹੈ, ਇਹ ਬੜੇ ਸੀਰੀਅਸ ਮਾਮਲਿਆਂ ਦੇ ਵਿੱਚ 2/3 ਮੈਜੋਰਟੀ ਦੇ ਪ੍ਰਾਵਧਾਨਾਂ ਨੂੰ ਅਡਾਪਟ ਕੀਤਾ ਗਿਆ। ਜਿਵੇਂ ਕੋਈ ਹਾਈ ਕੋਰਟ ਦੇ ਜੱਜ ਦੀ ਇੰਪੀਚਮੈਂਟ ਹੋਵੇ, ਕੰਟਰੋਲਰ ਐਂਡ ਆਡੀਟਰ ਜਨਰਲ ਨੂੰ ਇੰਪੀਚ ਕਰਨਾ ਹੋਵੇ, ਤੁਸੀਂ ਨੈਸ਼ਨਲ ਐਮਰਜੈਂਸੀ ਡਿਕਲੇਅਰ ਕਰਨੀ ਹੋਵੇ, ਜਾਂ ਫਿਰ ਤੁਸੀਂ ਕੋਈ ਇਸ ਰੂਪ ਦੇ ਵਿੱਚ ਕੋਈ ਐਸਾ ਅਮੈਂਡਮੈਂਟ ਲਾਅ ਦੇ ਵਿੱਚ ਲੈ ਕੇ ਆਉਣੀ ਹੋਵੇ ਜਿਹੜਾ ਫੈਡਰਲ ਸਟਰਕਚਰ ਨੂੰ ਇੰਪੈਕਟ ਕਰਦਾ, ਉਹਨਾਂ ਇੰਪੋਰਟੈਂਟ ਮੈਟਰਸ ਦੇ ਵਿੱਚ 2/3 ਮੈਜੋਰਟੀ। ਹੁਣ ਇਹ 2/3 ਦਾ ਮਤਲਬ ਕੀ ਹੈ? ਸਿੰਪਲੀ ਇਹ ਕਹਿ ਦੇਣਾ ਵੀ ਸਾਡੀ ਮੈਜੋਰਟੀ ਹੈ? ਨਹੀਂ, ਲੈਜਿਸਲੇਸ਼ਨ ਕਹਿੰਦੀ ਹੈ ਵੀ ਇਹਦੇ ਵਿੱਚ ਤੁਹਾਨੂੰ ਇੱਕ ਸਟੈਪ ਅਹਿਡ ਜਾਣਾ ਪਊ, ਕਿਉਂਕਿ ਆਮ ਤੌਰ ਤੇ ਪਾਰਟੀਆਂ ਮੈਜੋਰਟੀ ਤਾਂ ਲੈ ਹੀ ਲੈਂਦੀਆਂ, ਤਾਂ ਹੀ ਉਹ ਪਾਵਰ ਦੇ ਵਿੱਚ ਆਉਂਦੀਆਂ ਨੇ, ਲੈ ਹੀ ਲਿਆ। ਹਾਂ, ਲੇਕਿਨ ਪਰ ਜੇ ਤੁਸੀਂ ਆਹ ਕੰਮ ਕਰਨੇ ਨੇ ਜਿਹ 'ਚ ਇੰਟੈਂਟ ਇਹ ਹੈ ਵੀ 2/3 ਮੈਜੋਰਟੀ ਹੈ, ਉੱਥੇ ਤੁਹਾਡੀ ਮਤਲਬ ਕਿ ਇਹ ਕਾਬਲੀਅਤ ਹੋਣੀ ਚਾਹੀਦੀ ਵੀ ਤੁਸੀਂ ਦੂਜੀ ਧਿਰ ਦੇ ਵੀ ਕੁਝ ਬੰਦਿਆਂ ਨੂੰ ਕਨਵਿੰਸ ਕਰ ਸਕੋ। ਉਹਨਾਂ ਨੇ ਲੈਜਿਸਲੇਚਰ ਬਣਾਉਣ ਵਾਲਿਆਂ ਨੇ ਇੰਟੈਂਟ ਕੀਤਾ ਸੀ ਵੀ ਇਹ ਰੀਜ਼ਨ ਦੇ ਨਾਲ ਕਨਵਿੰਸ ਕਰਨ। ਹਾਲਾਂਕਿ ਜਿਹੜੀ ਤੁਸੀਂ ਹੁਣ ਗੱਲ ਕਰਤੀ ਵੀ ਉਹ ਖਰੀਦੋ ਫਰੋਖਤ ਜਿਹੜੀ ਹੈ, ਉਹ ਹਾਲਾਂਕਿ ਇਹ ਚੱਲ ਪਿਆ ਕੰਮ, ਇਹ ਬਿਲਕੁਲ ਚੱਲ ਪਿਆ ਸਰਕਾਰ ਦਾ। ਜਾਂ ਵਿਜੀਲੈਂਸ ਐਜ਼ ਅ ਟੂਲ, CBI ਐਜ਼ ਅ ਟੂਲ, ਸੈਂਟਰਲ ਏਜੰਸੀਆਂ ਨੂੰ ਟੂਲ ਵਰਤਿਆ ਜਾਂਦਾ, ਸਟੇਟ ਏਜੰਸੀਆਂ ਨੂੰ ਟੂਲ ਵਰਤਿਆ ਜਾਂਦਾ, ਇਸ ਰੂਪ ਦੇ ਵਿੱਚ ਖਰੀਦੋ ਫਰੋਖਤ ਜਾਂ ਸ਼ਿਫਟਿੰਗ ਹੁੰਦੀ ਹੈ। ਇਹ ਪ੍ਰੋਸੈਸ ਜਿਹੜਾ ਹੈ ਇਹ ਹੈ, ਇਹ ਵੈਸੇ ਇਸ 'ਚ ਵੀ ਸੀਗਾ, ਇਹਨਾਂ ਨੂੰ 2/3 ਮੈਜੋਰਟੀ ਇਸਟੈਬਲਿਸ਼ ਕਰਨੀ ਸੀ। ਪਰ ਜਿਵੇਂ ਤੁਸੀਂ ਦੱਸਿਆ ਵੀ ਉਹ ਚੰਦੂ ਮਾਜਰਾ ਸਾਹਿਬ ਤੇ ਉਹ ਜਦੋਂ ਦੂਜੀ ਧਿਰ ਨੂੰ ਕਨਵਿੰਸ ਨਹੀਂ ਕਰ ਸਕੇ ਤਾਂ ਉਹ
ਜਿਹੜਾ ਮਤਾ ਹੈ ਉਹ ਫੇਲ ਹੋ ਗਿਆ। ਉਧਰ ਖੜੇ ਨਾ ਉਹਨਾਂ ਨੇ ਇੱਕ ਇਹ ਕਰ ਲਿਆ ਕਿ ਇਹ ਆਪਸ 'ਚ ਲੜੀ ਜਾਂਦੇ ਨੇ ਤੇ ਸਾਡਾ ਕੀ ਆ, ਕਿਉਂਕਿ ਹੈ ਵੀ ਉਹ ਦੂਜੀ ਪਾਰਟੀ ਤੋਂ। ਉਹ ਤੇ ਰਿਕੁਆਇਰਡ ਸੀ ਵੀ ਕਾਂਗਰਸ ਨੂੰ ਰੀਜ਼ਨ ਦੇ ਨਾਲ ਐਸਟੈਬਲਿਸ਼ ਕਰਨਾ ਸੀ ਜਾਂ ਕਨਵਿੰਸ ਕਰਨਾ ਸੀ ਦੂਜੀ ਤਰ੍ਹਾਂ ਦੇ ਕੈਂਡੀਡੇਟਸ ਨੂੰ, ਹੋਰ ਪਾਰਟੀਆਂ ਦੇ ਕੈਂਡੀਡੇਟਸ ਨੂੰ, ਤਾਂ ਉਹ ਆਪਦਾ ਮਤਾ ਕਾਮਯਾਬ ਕਰ ਪਾਉਂਦੇ। ਪਰ ਜਿਵੇਂ ਆਪਾਂ ਗੱਲ ਕੀਤੀ ਹੈ ਵੀ ਕਿਸੇ ਸਟੇਟਮੈਂਟ 'ਚ ਕੋਈ ਰੀਜ਼ਨ ਨਹੀਂ ਆਇਆ ਜੀ, ਸਿੰਪਲੀ ਇਹ ਕਹਿ ਦੇਣਾ ਵੀ ਹੁਣ ਚੇਂਜ ਆਫ ਗਵਰਨਮੈਂਟ ਹੋ ਗਈ ਹੈ ਤੇ ਉਹ ਪੁਰਾਣੇ ਸੀਐਮ ਦਾ ਹਮਾਇਤੀ ਹੈ ਬੰਦਾ, ਇਸ ਕਰਕੇ ਰਿਮੂਵ ਕਰ ਦੇਣਾ ਇਜ਼ ਨਾਟ ਅ ਸਫੀਸ਼ੀਐਂਟ ਕਾਜ਼, ਕਿਉਂਕਿ ਇਹ ਕਨਸਟੀਟਿਊਸ਼ਨਲ ਪੋਸਟਾਂ ਨੇ, ਤੁਹਾਨੂੰ ਪ੍ਰੋਪਰ ਰੀਜ਼ਨਿੰਗ ਉਹਦੇ ਲਈ ਦੇਣੀ ਪਊ। ਪਰ ਇਸ 'ਚ ਕੋਈ ਸ਼ੱਕ ਨਹੀਂ ਹੈ ਕਿ ਉਹਨਾਂ ਨੇ ਜ਼ਰੂਰ ਇਹ ਤਕਨੀਕੀ ਗੱਲਾਂ ਜਾਂ ਇਹ ਲੀਗੈਲਿਟੀਜ਼ ਪੂਰੀਆਂ ਕੀਤੀਆਂ ਹੋਣਗੀਆਂ, ਕੋਈ ਕਾਰਨ ਬਣਾਏ ਹੋਣਗੇ ਕਿ ਇਹ ਕੰਮ ਸੰਜੀਵ ਬਿੱਟੂ ਨੇ ਬਤੌਰ ਮੇਅਰ ਗਲਤ ਕੀਤਾ ਜਾਂ ਇਹ ਕੰਮ ਸੰਜੀਵ ਬਿੱਟੂ ਨੂੰ ਕਰਨਾ ਚਾਹੀਦਾ ਸੀ, ਉਸਨੇ ਆਪਣੀ ਜ਼ਿੰਮੇਵਾਰੀ ਨਹੀਂ ਪੁਗਾਈ। ਪਰ ਇੱਕ ਗੱਲ ਮੈਨੂੰ ਲੱਗ ਰਿਹਾ ਕਿ ਇੱਕ ਗੱਲ ਦੀ ਪ੍ਰਾਪਤੀ ਜ਼ਰੂਰ ਹੋਈ ਹੈ ਇਸ ਜੋ ਵੀ ਕੱਲ ਹੋਇਆ ਉੱਥੇ ਸਿਸਟਮ ਹੋਇਆ। ਜੇਕਰ ਇਹ ਹਾਈ ਕੋਰਟ 'ਚ ਸੰਭਵ ਤੌਰ ਤੇ ਜਾਣਾ ਹੀ ਹੈ ਮਾਮਲਾ, ਹਾਈ ਕੋਰਟ 'ਚ ਜੋ ਵੀ ਇਸ 'ਚ ਕਰਦੀ ਹੈ ਜਾਂ ਉਸ ਤੋਂ ਬਾਅਦ ਸੁਪਰੀਮ ਕੋਰਟ ਵੀ ਜਾਂਦਾ ਹੈ, ਤਾਂ ਘੱਟੋ ਘੱਟ ਇਹ ਪੰਜਾਬ ਕਹਿ ਲਓ ਜਾਂ ਦੇਸ਼ ਕਹਿ ਲਓ, ਉਹਨਾਂ ਦੀਆਂ ਮਿਊਨਿਸਪੈਲਿਟੀਜ਼ ਲਈ ਜਾਂ ਪੰਜਾਬ ਮਿਊਨਿਸਪਲ ਕਾਰਪੋਰੇਸ਼ਨ ਐਕਟ 1976 ਜਾਂ 1911 ਅੰਗਰੇਜ਼ਾਂ ਵੇਲੇ ਦਾ ਪਹਿਲਾ ਐਕਟ ਹੈ, ਉਹਦੇ ਤਹਿਤ ਜਿੱਥੇ ਜਿੱਥੇ ਉਹ ਲਾਗੂ ਹੁੰਦਾ ਹੈ ਉੱਥੇ ਜ਼ਰੂਰ ਅਗਲੀਆਂ ਜਿਹੜੀਆਂ ਨਗਰ ਨਿਗਮਾਂ ਨੇ ਜਾਂ ਨਗਰ ਕੌਂਸਲਾਂ, ਨਗਰ ਪੰਚਾਇਤਾਂ ਦੀਆਂ ਇਸ ਤਰ੍ਹਾਂ ਦੀਆਂ ਸਥਿਤੀਆਂ ਬਣਦੀਆਂ ਨੇ ਕਦੇ ਸੰਭਵ ਤੌਰ ਤੇ ਅਗਲੇ ਦਿਨਾਂ ਦੇ ਵਿੱਚ ਰਾਜਨੀਤਿਕ ਹਾਲਾਤ ਕਰਕੇ, ਤਾਂ ਉੱਥੇ ਇਹ ਜਜਮੈਂਟ ਜ਼ਰੂਰ ਕੰਮ ਆਇਆ ਕਰੇਗੀ ਮੇਰੇ ਖਿਆਲ 'ਚ। ਇੱਕ ਜਿਹੜਾ ਹੈਗਾ ਲੈਂਡਮਾਰਕ ਤਾਂ ਬਣ ਜਾਏਗਾ ਘੱਟੋ ਘੱਟ, ਜੋ ਅਸੀਂ ਇਹ ਬਿਲਕੁਲ ਇੱਕ ਡਿਸੀਜਨ ਅੱਜ ਸਾਨੂੰ ਇਹ ਡਿਬੇਟ ਕਰਨੀ ਪੈ ਰਹੀ ਹੈ। ਸ਼ਾਇਦ ਇਹਨਾਂ ਚੀਜ਼ਾਂ ਦੀ ਲੋੜ ਨਾ ਪਿਆ ਕਰੇ, ਫਿਰ ਸਿੱਧਾ ਹੈ ਕਿ ਉਹ ਫਲਾਣੀ ਪਟਿਆਲੇ ਵਾਲੀ ਜਜਮੈਂਟ ਪੜ੍ਹ ਲਓ ਯਾਰ, ਉਹਦੇ 'ਚ ਇਹ ਹੋਇਆ ਸੀ। ਫਿਰ ਕਈ ਸਵਾਲ ਇਸ ਇਨਸੀਡੈਂਟ ਨੇ ਐਸੇ ਉਠਾ ਦਿੱਤੇ ਨੇ ਜੋ ਐਂਬੀਗੁਇਟੀ ਇਸ ਲਾਅ ਦੇ ਵਿੱਚ ਹੈ ਉਹ ਉਜਾਗਰ ਕਰਤੀਆਂ ਨੇ, ਤੇ ਜਦੋਂ ਜਜਮੈਂਟ ਆਊਗੀ ਤਾਂ ਉਮੀਦ ਕਰਦੇ ਹਾਂ ਵੀ ਉਹ ਐਂਬੀਗੁਇਟੀਜ਼ ਜਿਹੜੀਆਂ ਰਿਮੂਵ ਹੋ ਜਾਣਗੀਆਂ। ਜਿਹੜੇ ਭਰਮ ਭੁਲੇਖੇ ਜਿਹੜੀ ਜਜਮੈਂਟ ਕਾਨੂੰਨ ਦੇ ਵਿੱਚ ਜਾਂ ਲਾਅ ਦੇ ਵਿੱਚ ਪੰਜਾਬ ਮਿਊਨਿਸਪਲ ਐਕਟ 1976 ਜਾਂ ਪੰਜਾਬ ਮਿਊਨਿਸਪਲ ਐਕਟ 1911 ਦੇ ਵਿੱਚ ਨੇ, ਉਹ ਜਿਹੜੇ ਨੇ ਜ਼ਰੂਰ ਜਿਹੜੇ ਨੇ ਉਮੀਦ ਕਰਦੇ ਆ ਕਿ ਇਹ ਜਜਮੈਂਟ ਜੇ ਆ ਜਾਂਦੀ ਹੈ, ਸੰਭਵ ਤੌਰ ਤੇ ਜਾਣਾ ਹੀ ਹੈ ਇਹਨਾਂ ਨੇ, ਅਮਰਿੰਦਰ ਸਿੰਘ ਵਾਲੇ ਧਿਰ ਨੇ ਹਾਈ ਕੋਰਟ ਦੇ ਵਿੱਚ ਜਾਂ ਅੱਗੇ ਸੁਪਰੀਮ ਕੋਰਟ ਤੱਕ ਵੀ ਜਾ ਸਕਦਾ ਮਾਮਲਾ। ਬਹੁਤ ਵੱਡੀ ਕਾਰਪੋਰੇਸ਼ਨ ਹੈ ਪਟਿਆਲੇ ਦੀ, ਸਿਆਸੀ ਤੌਰ ਤੇ ਵੀ ਵਕਾਰ ਜਿਹੜਾ ਹੈਗਾ ਬਹੁਤ ਵੱਡਾ ਹੈ ਇਸ ਜਿਹੜੀ ਨਗਰ ਨਿਗਮ ਦਾ ਪਟਿਆਲੇ ਵਾਲੀ ਦਾ, ਤੇ ਪੰਜਾਬ ਦੀਆਂ ਹੋਰ ਨਗਰ ਨਿਗਮਾਂ ਦੇ ਵਿੱਚ ਵੀ ਅਜਿਹੇ ਹਾਲਾਤ ਬਣ ਸਕਦੇ ਨੇ, ਕਿਉਂਕਿ ਮਿਊਨਿਸਪਲ ਚੋਣਾਂ ਜਿਹੜੀਆਂ ਨੇ ਉਹਨਾਂ ਦਾ ਜਿਹੜਾ ਇੱਕ ਟੈਂਪੋ ਮੈਚ ਨਹੀਂ ਕਰਦਾ। ਜਿਹੜੀਆਂ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਨੇ ਉਹ ਕਦੇ ਹੋਰ ਹੁੰਦੀਆਂ ਨੇ ਤੇ ਇਹ ਸਾਲ 2 ਸਾਲ 3 ਸਾਲ 4 ਸਾਲ ਦੇ ਫਰਕ ਨਾਲ ਸਮੇਂ-ਸਮੇਂ ਤੇ ਹੁੰਦੀਆਂ ਨੇ। ਸੋ ਇੰਨਾ ਸੌਖਾ ਨਵੀਂ ਸਰਕਾਰ ਨੂੰ ਆਉਣ ਤੋਂ ਬਾਅਦ ਮਿਊਨਿਸਪੈਲਿਟੀਜ਼, ਪੰਚਾਇਤਾਂ ਜਾਂ ਨਿਗਮਾਂ ਜਿਹੜੀਆਂ ਨੇ ਇਹਨਾਂ 'ਚ ਉਹਨਾਂ ਦਾ ਰਾਜ ਨਹੀਂ ਜਿਹੜਾ ਲੋਕਲ ਬਾਡੀਜ਼ 'ਚ, ਸਥਾਨਕ ਸਰਕਾਰਾਂ 'ਚ ਹੋ ਪਾਉਂਦਾ, ਜਿਸ ਕਰਕੇ ਤਰਲੋ ਮੱਛੀ ਹਰੇਕ ਸਰਕਾਰ ਹੁੰਦੀ ਹੈ ਕਿ ਸਰਕਾਰ ਤਾਂ ਸਾਡੀ ਆ ਗਈ ਹੈ, ਪਰ ਲੋਕਲ ਬਾਡੀਜ਼ ਜਿਹੜੀਆਂ ਨੇ ਹੇਠਲੇ ਪੱਧਰ ਦੇ ਉੱਤੇ ਜਿਹੜੀ ਗਵਰਨੈਂਸ ਦੇਣੀ ਹੁੰਦੀ ਹੈ ਲੋਕਾਂ ਨੂੰ, ਲੋਕਾਂ ਤੱਕ ਰਾਬਤੇ ਵਾਲੀ ਹੈ, ਉਹਦੇ ਤੋਂ ਉਹਨਾਂ ਦਾ ਨਹੀਂ ਹੁੰਦਾ। ਉਹਦੇ 'ਚ 2 3 ਜਾਂ 4 ਸਾਲ, ਕਈ ਵਾਰ ਤਾਂ ਆਖਰੀ ਸਾਲ ਤੱਕ ਵੀ ਬਹੁਤ ਸਾਰੀਆਂ ਪੰਜਾਬ ਦੀਆਂ ਨਗਰ ਕੌਂਸਲਾਂ ਦੀਆਂ ਚੋਣਾਂ ਹਾਲੇ ਇਸੇ ਸਾਲ ਜਾਂ ਪਿਛਲੇ ਸਾਲ ਹੀ ਨਿਬੜੀਆਂ ਨੇ, ਕਰੋਨਾ ਕਰਕੇ ਵੀ ਡਿਲੇ ਹੋ ਗਈਆਂ ਸੀਗੀਆਂ। ਸੋ ਇਸ ਕਰਕੇ ਇਹ ਬੜਾ ਪੇਚੀਦਾ ਮਾਮਲਾ ਹੈ। ਇਸ ਪੇਚੀਦਗੀਆਂ ਜਿਹੜੀਆਂ ਇਸ ਮਾਮਲੇ 'ਚ ਰਹਿ ਗਈਆਂ ਨੇ, ਜਿਸ ਕਰਕੇ ਸਾਨੂੰ ਵੀ ਇਹ ਡਿਬੇਟ ਕਰਨੀ ਪੈ ਰਹੀ ਹੈ, ਇਹ ਗੱਲ ਸਮਝਣੀ ਪੈ ਰਹੀ ਹੈ ਕਿ ਕੱਲ ਪਟਿਆਲੇ 'ਚ ਆਖਰ ਜਿੱਤਿਆ ਕੌਣ ਹੈ। ਤਾਂ ਇਹ ਉਮੀਦ ਕਰਦੇ ਹਾਂ ਕਿ ਅਦਾਲਤ ਜਿਹੜੀ ਹੈਗੀ ਹੈ ਇਸ ਤਰ੍ਹਾਂ ਦੀ ਕੋਈ ਜਜਮੈਂਟ ਦੇਵੇਗੀ ਤੇ ਜਿਸ ਤੋਂ ਬਾਅਦ ਇੱਕ ਸਿੰਗਲ ਲਾਈਨ ਜਾਂ ਇੱਕ ਪਹਿਰੇ 'ਚ ਹੀ ਗੱਲ ਸਪਸ਼ਟ ਹੋ ਜਾ ਕਰੇਗੀ ਕਿ ਇਸ ਤਰ੍ਹਾਂ ਹੋਣਾ ਚਾਹੀਦਾ ਕਾਨੂੰਨ ਤਾਂ ਇਹ ਕਹਿੰਦਾ। ਬਹੁਤ ਸ਼ੁਕਰੀਆ ਐਡਵੋਕੇਟ ਜੋਸ਼ੀ।